हाँ जी डियर स्टूडेंट्स, ਆਪਾਂ ਅੱਜ ਫੰਕਸ਼ਨਸ ਲਿਮਿਟ ਐਂਡ ਕੰਟੀਨਿਊਟੀ ਦਾ ਨੈਕਸਟ ਟੌਪਿਕ ਹੈ ਲਿਮਿਟ, ਉਹਨੂੰ ਅੱਜ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਆਪਣਾ ਜਿਹੜਾ ਫੰਕਸ਼ਨਸ ਵਾਲਾ ਟੌਪਿਕ ਸੀਗਾ ਉਹਨੂੰ ਕੰਪਲੀਟ ਕਰ ਚੁੱਕੇ ਹਾਂ, ਜਿਹਦੇ ਵਿੱਚ ਆਪਾਂ ਕੀਤਾ ਸੀਗਾ ਕਿ ਫੰਕਸ਼ਨ ਕੀ ਹੁੰਦੇ ਆ, ਉਹਦਾ ਇਨਵਰਸ ਕਿਵੇਂ ਫਾਈਂਡ ਆਊਟ ਕਰਦੇ ਆ, 1 ਔਨ ਟੂ ਫੰਕਸ਼ਨਸ, ਠੀਕ ਹੈ, ਲੋਗੈਰਿਥਮ ਫੰਕਸ਼ਨਸ, ਐਕਸਪੋਨੈਂਸ਼ੀਅਲ ਫੰਕਸ਼ਨਸ, ਦੈਨ ਕੰਪੋਜੀਸ਼ਨ ਆਫ ਫੰਕਸ਼ਨਸ, ਆਪਾਂ ਇਹ ਸਾਰੇ ਟੌਪਿਕ ਉਹਦੇ ਅੰਡਰ ਕਰ ਚੁੱਕੇ ਹਾਂ। ਅੱਜ ਆਪਾਂ ਨੇ ਲਿਮਿਟ ਦਾ ਟੌਪਿਕ ਕਰਨਾ ਹੈ ਕਿ ਕਿਸੇ ਵੀ ਫੰਕਸ਼ਨ ਦੀ ਜਿਹੜੀ ਲਿਮਿਟ ਹੈ ਉਹਨੂੰ ਆਪਾਂ ਕਿਵੇਂ ਫਾਈਂਡ ਆਊਟ ਕਰਦੇ ਹਾਂ। ਤਾਂ ਮੀਨਿੰਗ ਕੀ ਹੋ ਗਿਆ ਕਿ x ਅਪਰੋਚਿਸ ਟੂ a ਹੈ ਨਾ, x ਅਪਰੋਚਿਸ ਟੂ a ਦਾ ਕੀ ਮੀਨਿੰਗ ਹੋਇਆ ਕਿ x ਅਪਰੋਚਿਸ ਟੂ a ਮੀਨਸ x ਨੋਟ ਇਕੁਅਲਸ ਟੂ a। ਮੀਨਸ ਜੇ ਆਪਾਂ ਇਹ ਗੱਲ ਕਹਿ ਰਹੇ ਹਾਂ ਕਿ ਜਿਹੜਾ x ਅਗਰ a ਨੂੰ ਅਪਰੋਚ ਕਰਦਾ ਤਾਂ ਉਹਦਾ ਮਤਲਬ ਇਹ ਨਾ ਸੋਚੋ ਕਿ x ਨੂੰ ਆਪਾਂ ਨੇ a ਹੀ ਪੁੱਟ ਕਰ ਦੇਣਾ ਹੈ। x ਅਪਰੋਚਿਸ ਟੂ a ਦਾ ਮਤਲਬ ਹੁੰਦਾ ਹੈ ਕਿ ਜਿਹੜਾ x ਆਪਾਂ ਪੁਆਇੰਟ ਵੇਰੀਏਬਲ ਪੁਆਇੰਟ ਲੈ ਰਹੇ ਹਾਂ ਉਹ a ਨੂੰ ਅਪਰੋਚ ਕਰ ਰਿਹਾ ਹੈ, a ਦੇ ਬਿਲਕੁਲ ਕਲੋਜ਼ ਹੁੰਦਾ ਜਾ ਰਿਹਾ ਹੈ, ਨਾ ਕਿ ਐਗਜ਼ੈਕਟਲੀ a ਹੋ ਜਾਊਗਾ, ਠੀਕ ਹੈ ਨਾ। ਮੀਨਸ ਇਹ ਕਹਿ ਸਕਦੇ ਹਾਂ ਕਿ ਜਿਹੜਾ x ਤੇ a ਦਾ ਜੋ ਡਿਫਰੈਂਸ ਹੈ ਦੈਟ ਇਜ਼ ਵੈਰੀ ਸਮੋਲ, ਠੀਕ ਹੈ। ਤਾਂ ਹੁਣ ਫੰਕਸ਼ਨ ਦੀ ਲਿਮਿਟ ਕੀ ਹੁੰਦੀ ਹੈ, ਕਹਿੰਦੇ ਇਫ ਫੰਕਸ਼ਨ ਐਫ ਐਕਸ ਅਪਰੋਚਿਸ ਟੂ ਐਲ ਐਜ਼ ਐਕਸ ਅਪਰੋਚਿਸ ਟੂ ਏ ਦੈਨ ਐਲ ਇਜ਼ ਕਾਲਡ ਦ ਲਿਮਿਟ ਆਫ ਦ ਫੰਕਸ਼ਨ ਐਫ। ਮੀਨਸ ਕੀ ਹੈ ਕਿ ਜਿਵੇਂ ਜਿਵੇਂ ਵੇਰੀਏਬਲ ਪੁਆਇੰਟ ਕਿਸੇ ਪੁਆਇੰਟ ਨੂੰ, ਕਿਸੇ ਫਿਕਸ ਪੁਆਇੰਟ ਨੂੰ ਅਪਰੋਚ ਕਰੂਗਾ, ਉਹਦੇ ਨਾਲ ਨਾਲ ਫੰਕਸ਼ਨ ਦੀ ਜਿਹੜੀ ਵੈਲਿਊ ਹੈ ਉਹ ਕਿਸੇ ਇੱਕ ਪਰਟੀਕੂਲਰ ਪੁਆਇੰਟ ਨੂੰ ਅਪਰੋਚ ਕਰੂਗੀ। ਜਿਹੜਾ ਉਹ ਪਰਟੀਕੂਲਰ ਪੁਆਇੰਟ ਹੈ ਐਲ, ਉਹਨੂੰ ਆਪਾਂ ਕਹਾਂਗੇ ਲਿਮਿਟ ਆਫ ਅ ਫੰਕਸ਼ਨ, ਲਿਮਿਟ ਆਫ ਅ ਫੰਕਸ਼ਨ, ਠੀਕ ਹੈ ਜੀ। ਤੇ ਡੈਫੀਨੇਸ਼ਨ ਕੀ ਹੋਗੀ ਲਿਮਿਟ ਆਫ ਅ ਫੰਕਸ਼ਨ ਦੀ, ਕਹਿੰਦੇ ਐਲ ਇਜ਼ ਕਾਲਡ ਦ ਲਿਮਿਟ ਆਫ ਅ ਫੰਕਸ਼ਨ ਐਫ ਐਕਸ ਐਜ਼ ਐਕਸ ਅਪਰੋਚਿਸ ਟੂ ਏ if given epsilon greater than 0 however small we can find a positive number delta such that fx minus l less than epsilon for x minus a greater than 0 and less than ਡੈਲਟਾ। ਮੀਨਸ ਕਿ ਤੁਸੀਂ ਏ ਦੇ ਨੇਬਰਹੁੱਡ ਦੇ ਵਿੱਚੋਂ ਏ ਦੇ ਨੇੜੇ ਤੇੜਿਓਂ ਕੋਈ ਵੀ ਪੁਆਇੰਟ ਅਗਰ ਚੱਕ ਕੇ ਫੰਕਸ਼ਨ ਦੇ ਵਿੱਚ ਪੁੱਟ ਕਰਦੇ ਹੋ ਤਾਂ ਉਸ ਫੰਕਸ਼ਨ ਦੀ ਉਸ ਪੁਆਇੰਟ ਦੇ ਉੱਪਰ ਜੋ ਵੈਲਿਊ ਆਉਣੀ ਹੈ ਉਹ ਉਹਦੀ ਲਿਮਿਟ ਤੋਂ ਬਹੁਤ ਕਲੋਜ਼ ਹੋਣੀ ਹੈ। ਮੀਨਸ ਕਿ ਉਹਨਾਂ ਦਾ ਜਿਹੜਾ ਆਪਸੀ ਡਿਫਰੈਂਸ ਹੈ ਉਹ ਐਪਸੀਲਨ ਤੋਂ ਵੀ ਛੋਟਾ ਹੋਣਾ, ਵੇਅਰ ਐਪਸੀਲਨ ਇਜ਼ ਵੈਰੀ ਵੈਰੀ ਸਮੋਲ ਪੋਜ਼ਿਟਿਵ ਨੰਬਰ, ਠੀਕ ਹੈ ਜੀ। ਅਤੇ ਆਪਣੇ ਕੋਲ ਜਿਹੜੀਆਂ ਲਿਮਿਟਸ ਨੇ ਉਹ ਦੋ ਤਰ੍ਹਾਂ ਦੀਆਂ ਆਪਾਂ ਫਾਈਂਡ ਕਰ ਸਕਦੇ ਹੁੰਦੇ ਹਾਂ। ਇੱਕ ਹੁੰਦੀ ਹੈ ਲੈਫਟ ਹੈਂਡ ਲਿਮਿਟ ਅਤੇ ਦੂਸਰੀ ਹੁੰਦੀ ਹੈ ਰਾਈਟ ਹੈਂਡ ਲਿਮਿਟ। ਲੈਫਟ ਹੈਂਡ ਲਿਮਿਟ ਕੀ ਹੁੰਦੀ ਹੈ ਕਿ ਅਗਰ ਤੁਸੀਂ ਜਿਹੜੇ ਵੀ ਪੁਆਇੰਟ 'ਤੇ, ਜਿਵੇਂ ਸਪੋਜ਼ ਕਰੋ ਐਕਸ ਅਪਰੋਚਿਸ ਟੂ ਏ ਪੁੱਟ ਕਰਨਾ ਹੈ ਨਾ, ਹੁਣ ਏ ਦੇ ਨੇਬਰਹੁੱਡ ਦੇ ਵਿੱਚ ਤਾਂ ਦੋ ਪਾਰਟ ਆਉਂਦੇ ਆ, ਇੱਕ ਆਉਂਦਾ ਏ ਤੋਂ ਛੋਟਾ, ਇੱਕ ਆਉਂਦਾ ਏ ਤੋਂ ਬੜਾ। ਅਗਰ ਤੁਸੀਂ ਏ ਤੋਂ ਛੋਟਾ ਪਾਰਟ ਅਪਰੋਚ ਕਰਵਾ ਰਹੇ ਹੋ ਦੈਨ ਉਹਦੇ ਉੱਪਰ ਜੋ ਲਿਮਿਟ ਆਉਣੀ ਹੈ ਦੈਟ ਇਜ਼ ਦ ਲੈਫਟ ਹੈਂਡਡ ਲਿਮਿਟ। ਅਗਰ ਤੁਸੀਂ ਏ ਤੋਂ ਬੜੇ ਪਾਰਟ ਦੇ ਵਿੱਚੋਂ ਲਿਮਿਟ ਪੁੱਟ ਕਰਵਾ ਰਹੇ ਹੋ ਦੈਨ L2 ਇਜ਼ ਦਾ ਜੋ ਲਿਮਿਟ ਆਉਣੀ ਹੈ ਦੈਟ ਇਜ਼ ਦਾ ਰਾਈਟ ਹੈਂਡਡ ਲਿਮਿਟ ਐਂਡ ਵੀ ਰਾਈਟ ਇਟ ਐਜ਼ A ਪੋਜ਼ਿਟਿਵ ਅਤੇ ਲੈਫਟ ਹੈਂਡ ਸਾਈਡ ਨੂੰ ਲਿਖਾਂਗੇ A ਨੈਗੇਟਿਵ। A ਨੈਗੇਟਿਵ ਮੀਨਸ ਲੈਫਟ ਹੈਂਡ ਲਿਮਿਟ ਐਂਡ A ਪੋਜ਼ਿਟਿਵ ਮੀਨਸ ਰਾਈਟ ਹੈਂਡ ਲਿਮਿਟ, ਠੀਕ ਹੈ ਜੀ। ਇਹਦੇ ਵਿੱਚੋਂ ਕੁਛ ਇੰਪੋਰਟੈਂਟ ਪੁਆਇੰਟਸ ਨੇ ਜਿਹੜੇ ਤੁਸੀਂ ਧਿਆਨ 'ਚ ਰੱਖਣੇ ਆ। ਜਿਵੇਂ ਫਸਟ ਪੁਆਇੰਟ ਹੈਗਾ ਕਿ ਅਗਰ ਤੁਹਾਡੇ ਕੋਲ ਐਫ ਐਕਸ ਦੀ ਲੈਫਟ ਲਿਮਿਟ ਔਰ ਰਾਈਟ ਲਿਮਿਟ ਦੋਨੋਂ, ਇਹਨਾਂ ਦੋਹਾਂ ਦੇ ਵਿੱਚੋਂ ਇੱਕ ਵੀ ਐਗਜ਼ਿਸਟ ਨਹੀਂ ਕਰ ਰਹੀ ਜਾਂ ਦੋਨੋਂ ਐਗਜ਼ਿਸਟ ਨਹੀਂ ਕਰ ਰਹੀਆਂ ਤਾਂ ਆਪਾਂ ਕਹਾਂਗੇ ਕਿ ਫੰਕਸ਼ਨ ਦੀ ਲਿਮਿਟ ਐਗਜ਼ਿਸਟ ਨਹੀਂ ਕਰਦੀ। ਫਿਰ ਕਿ ਅਗਰ ਦੋਨੋਂ ਐਗਜ਼ਿਸਟ ਕਰ ਜਾਂਦੀਆਂ ਨੇ ਬਟ ਇਕੁਅਲ ਨਹੀਂ ਹੈਗੀਆਂ ਤਾਂ ਲਿਮਿਟ ਫਿਰ ਵੀ ਐਗਜ਼ਿਸਟ ਨਹੀਂ ਕਰੂਗੀ। ਫਿਰ ਆ ਜਾਂਦਾ ਕਿ ਅਗਰ ਫੰਕਸ਼ਨ ਦੇ ਵਿੱਚੋਂ ਜਿਹੜਾ ਕੌਨਸਟੈਂਟ ਅਗਰ ਫੰਕਸ਼ਨ ਦੇ ਨਾਲ ਕੋਈ ਮਲਟੀਪਲਾਈ ਹੈ ਤਾਂ ਤੁਸੀਂ ਉਹਨੂੰ ਲਿਮਿਟ ਤੋਂ ਬਾਹਰ ਕੱਢ ਸਕਦੇ ਹੋ, ਕਿਉਂਕਿ ਕੌਨਸਟੈਂਟ ਦੇ ਉੱਪਰ ਲਿਮਿਟ ਦਾ ਕੋਈ ਇਫੈਕਟ ਨਹੀਂ ਹੁੰਦਾ, ਠੀਕ ਹੈ ਨਾ। ਅਤੇ ਅੱਗੇ ਆ ਜਾਂਦਾ ਕਿ ਅਗਰ ਤੁਸੀਂ ਦੋ ਫੰਕਸ਼ਨ ਪਲੱਸ ਦੇ ਵਿੱਚ ਗਿਵਨ ਹੈ, ਤੁਸੀਂ ਉਹਦੀ ਲਿਮਿਟ ਕੱਢਣੀ ਹੈ ਤਾਂ ਤੁਸੀਂ ਦੋਨਾਂ ਦੀ ਅਲੱਗ-ਅਲੱਗ ਲਿਮਿਟ ਕੱਢ ਕੇ ਵੀ ਤਾਂ ਐਡ ਕਰ ਸਕਦੇ ਹੋ ਨਾ। ਜ਼ਰੂਰੀ ਤਾਂ ਨਹੀਂ ਕਿ ਪਲੱਸ ਕਰਨ ਤੋਂ ਬਾਅਦ ਹੀ ਤੁਸੀਂ ਲਿਮਿਟ ਫਾਈਂਡ ਆਊਟ ਕਰਨੀ ਹੈ। ਨੈਕਸਟ ਆ ਜਾਂਦਾ ਕਿ ਦੋ ਫੰਕਸ਼ਨਸ ਨੂੰ ਜਦੋਂ ਤੁਸੀਂ ਸਬਟਰੈਕਸ਼ਨ ਦੇ ਵਿੱਚ ਗਿਵਨ ਹੈ ਉਹਦੀ ਲਿਮਿਟ ਕੱਢਣੀ ਹੈ ਤਾਂ ਤੁਸੀਂ ਦੋਨਾਂ ਦੀ ਅਲੱਗ-ਅਲੱਗ ਲਿਮਿਟ ਕੱਢ ਕੇ ਉਹਨਾਂ ਨੂੰ ਸਬਟਰੈਕਟ ਕਰ ਦਿਓ। ਸੇਮ ਇੱਦਾਂ ਹੀ ਮਲਟੀਪਲਾਈ ਦੇ ਵਿੱਚ ਵੀ ਤੁਸੀਂ ਲਿਮਿਟ ਅਲੱਗ-ਅਲੱਗ ਕਰ ਸਕਦੇ ਹੋ, ਡਿਵਾਈਡ ਦੇ ਵਿੱਚ ਵੀ ਲਿਮਿਟ ਅਲੱਗ-ਅਲੱਗ ਕਰ ਸਕਦੇ ਹੋ, ਰੈਸੀਪ੍ਰੋਕਲ ਦੇ ਵਿੱਚ ਵੀ ਲਿਮਿਟ ਅਲੱਗ-ਅਲੱਗ ਕਰ ਸਕਦੇ ਹੋ। ਬਟ ਧਿਆਨ ਦੇਣਾ ਕਿ ਜੋ ਡਿਨੋਮੀਨੇਟਰ ਵਾਲੀ ਲਿਮਿਟ ਹੈ ਦੈਟ ਸ਼ੁੱਡ ਬੀ ਨੋਨ ਜ਼ੀਰੋ, ਉਹ ਜ਼ੀਰੋ ਨਹੀਂ ਹੋਣੀ ਚਾਹੀਦੀ, ਠੀਕ ਹੈ ਬੱਚੇ। ਤਾਂ ਇਹਨਾਂ ਛੋਟੀ ਛੋਟੀਆਂ ਗੱਲਾਂ ਨੂੰ ਧਿਆਨ 'ਚ ਰੱਖਣਾ। ਇੱਕ ਸਮਰੀ ਪੜ੍ਹ ਲੈਂਦੇ ਹਾਂ, ਦੁਬਾਰਾ ਤੁਹਾਨੂੰ ਪਤਾ ਲੱਗ ਜੂਗਾ। ਕਹਿੰਦੇ ਟੇਕ ਦ ਵੈਲਿਊ ਆਫ ਏ ਦੀ ਵੈਲਿਊ ਲਓ, ਇਫ ਇਟ ਇਜ਼ ਨੋਟ ਇਨਡਿਟਰਮਾਈਨਡ ਇਟ ਇਜ਼ ਅ ਲਿਮਿਟ ਐਟ ਏ। ਅਗਰ ਇਹ ਇੰਡਿਟਰਮੀਨੇਟ ਨਹੀਂ ਬਣ ਰਹੀ, ਡਿਨੋਮੀਨੇਟਰ ਨੂੰ ਜ਼ੀਰੋ ਨਹੀਂ ਬਣਾ ਰਹੀ ਦੈਨ ਇਟ ਇਜ਼ ਅ ਲਿਮਿਟ। If it is indeterminate, cancel out the common factor in the numerator and the denominator and then take the value at a। means कि फिर तुसी common factor ਜਿਹੜਾ ਹੈਗਾ ਕਿ ਉਹਨੂੰ ਕੈਂਸਲ ਕਰਨ ਤੋਂ ਬਾਅਦ a ਦੀ ਲਿਮਿਟ ਫਾਈਂਡ ਆਊਟ ਕਰ ਲੈਣੀ ਹੈ। ਜਿਵੇਂ ਤੁਸੀਂ ਦੇਖੋ ਐਗਜ਼ਾਮਪਲ ਨੰਬਰ 5 ਦੇ ਫਸਟ ਦੇ ਵਿੱਚ ਹੈਗਾ x² - 4/x - 2
ਤੁਸੀਂ ਇੱਥੇ x ਸਕੁਏਅਰ ਮਾਈਨਸ 4 ਦੇ ਫੈਕਟਰਸ ਫਾइंड ਕਰੋ, ਉਹ ਆਣੀ x ਮਾਈਨਸ 2 ਤੇ x ਪਲੱਸ 2, ए स्केयर माइनस बी स्केयर की आइडेंटिटी यूज़ की है। तो x माइनस 2 के नाल x माइनस 2 कैंसल हो जाऊगा, तो सिर्फ x प्लस 2 बचूगा। ठीक है, तो x प्लस 2 के जो तुम 2 सबसटीट्यूट करोगे तो 4 की लिमिट आ गई। मीनस कि अगर हूँ जो आप डायरैक्टली 2 पुट करते तो 0/0 की फॉर्म बनती सी, मीनस कि इनडिटरमिनेट फॉर्म बनती सी। तो जो इनडिटरमिनेट फॉर्म बनती है तो आप कॉमन फैक्टर कढ़ के कैंसल कर सकते हैं। इदा ही बच्चे सैकेंड एग्जाम्पल के हैगा एक्स स्केयर माइनस 3x प्लस 2 अपॉन x माइनस 1 लिमिट x अप्रोचेस टू 1। जो आप डायरैक्टली पुट करते हैं तो 0/0 की फॉर्म बनती है, तो बट तुम कॉमन फैक्टर ये फैक्टराइज करो, दैन कॉमन फैक्टर जोड़ा है x माइनस 1 का कैंसल होकर थोड़े को सिर्फ फंक्शन जोड़ा x माइनस 2 का रह गया, तो उन्होंने डायरैक्टली x की वैल्यू 1 सबसटीट्यूट करके -1 उस फंक्शन की लिमिट आ गई। ठीक है, तो नैक्सट बच्चे आ जाता है माइनस ऑफ 3 लिमिट है, तो फंक्शन दे रखा है, ये भी थोड़े को इनडिटरमिनेट फॉर्म बनती है। तो यदा जो कॉमन फैक्टर x प्लस 3 उन्होंने कढ़ के तुसी कैंसल कर सकते हो। कैंसल करने तो बाद जो पिछे रह जाऊगा एक्स स्केयर माइनस 3x प्लस 9, वो x की वैल्यू माइनस ऑफ 3 सबसटीट्यूट करके थोड़े को लिमिट आ जाएगी फंक्शन की। नैक्सट फोर्थ एग्जाम्पल हैगी है। फोर्थ एग्जाम्पल के एक्स अप्रोचेस टू 3 एक्स अपॉन एक्स माइनस 3 एंड माइनस 9 अपॉन एक्स स्केयर माइनस 3x जोड़ा है वो सॉल्व करके दिखाना है। इनू देखो किवें सॉल्व करना तुसीं, इहदे लई तुहानूं पहलां सब तो पहलां एलसीएम लेना पैना। एलसीएम किवें लेना है, तो उहदे वास्ते देखो की कंसैप्ट हैगा। जिवें तुहाडे कोल एक फॉर्म दित्ती हुई है, लिमिट एक्स अप्रोचेस टू 3 एक्स अपॉन एक्स माइनस 3 माइनस 9 अपॉन एक्स स्केयर माइनस 3x। ठीक है जी, तो सब तो पहला तुसी इहदा एलसीएम कंसीडर करो। एक्स अप्रोचेस टू 3 एक्स माइनस 3 इंटू एक्स इहदा एलसीएम आ जाऊगा, तो इत्थे आ जाऊगा तुहाडे कोले एक्स स्केयर माइनस 9। ठीक है बच्चे, तो जो तुसी एक्स स्केयर माइनस 9 लिता तो जो उपर वाला एक्स माइनस 9 है उन्होंने लिख सकते हो 3 का स्केयर। ठीक है, तो ए स्केयर माइनस बी स्केयर की आइडेंटिटी के अकॉर्डिंगली तुहाडे कोल ये बन जाऊगा एक्स माइनस 3 एक्स प्लस 3, एक्स माइनस 3 कैंसल, लिमिट एक्स अप्रोचेस टू 3 एक्स प्लस 3 अपॉन 3 एक्स रह गया तुहाडे कोल। हुण इहदे विच डायरैक्टली जो तुसीं 3 पुट करोगे 3 प्लस 3 6 ओवर 3 मीनस 2 आंसर आ गया, तो 2 इस फंक्शन की आ गई लिमिट आ गई। ठीक है बच्चे, सेम इदा ही तुहाडे कोले फिफ्थ एग्जाम्पल है एक्स क्यूब माइनस 3x प्लस 2 अपॉन एक्स क्यूब प्लस एक्स स्केयर माइनस 5x प्लस 3 लिमिट एक्स अप्रोचेस टू 1। ये भी बच्चे तुसी पहला अपनी क्यूबिक इक्वेशन नू फैक्टराइज किया, उहदा जिहड़ा कॉमन फैक्टर सी 1 ते 1 वो कैंसल आउट हो गया, तो एक्स स्केयर प्लस एक्स माइनस 2 रह गया, तो इधरों एक्स स्केयर प्लस 2x माइनस 3 रह के फिर दोबारा अपन इनू फैक्टराइज किया, दैन फिर कॉमन फैक्टर कैंसल, तो लास्ट दे विच जो बचिया वो बचिया तुहाडे कोल एक्स प्लस 2 एंड एक्स प्लस 3 सॉर्ट 1 पुट किया, तो आंसर आ गया 3/4। नैक्सट जो सिक्स्थ एग्जाम्पल है, ये तुहानूं पहला अंडर रूट खत्म करना पैना है। अंडर रूट खत्म करने वास्ते तुसीं इहनूं रैशनलाइज किया। रैशनलाइज करने लई की हुंदा है कि अगर तुहाडे कोले माइनस है सेंटर दे विच, तो तुसीं ओपोजिट लै सकदे हो, मीनस प्लस का सिंबल लैके मल्टीप्लाई डिवाइड किया इत्थे। फिर उस तो बाद जिहड़े न्यूमीरेटर्स ने वो आपस में मल्टीप्लाई होकर आ गया तुहाडे कोले 4 प्लस एक्स माइनस 4 अपॉन एक्स अंडर रूट 4 प्लस एक्स प्लस 2। दैन फाइनली तुसी एक्स की वैल्यू 0 सबसटीट्यूट करके अपना आंसर कढ़ सकते हो। ठीक है बच्चे, तो नैक्सट जी हैगी 7th एग्जाम्पल, इनू तुसी एक फॉर्मूले के तौर पर भी याद रखना है। जिवें लिमिट एक्स अप्रोचेस टू ए एक्स एन माइनस ए रेज टू पावर एन अपॉन एक्स माइनस ए इक्वल्स टू एन ए रेज टू पावर एन माइनस 1। तो इत्थे तुसी सब तो पहले एक्स माइनस ए दे नाल डिवाइड किया, तो लास्ट लैफ्ट जो एन माइनस 1 डिग्री की पोलीनोमीअल बची है वो ए कंसीडर कर ली। ठीक है, तो फिर उस तो बाद ये ए की वैल्यू सबसटीट्यूट की, तो वह बन गया तुहाडे कोल एन माइनस 1, क्योंकि ए एन माइनस 1 एन टाइम्स आ गया ना तुहाडे कोल। तो इसे फॉर्मूले नूं तुसी अपनी नैक्सट 8th एग्जाम्पल दे विच यूज़ कर सकते हो। जिवें तुसी देखो एक्स प्लस ए रेज टू पावर 5/2 है ना, तो एक्स प्लस 2 रेज टू पावर 5/2 माइनस ए प्लस 2 एक्स 5/2, तो इत्थे एक्स प्लस 2 रेज टू पावर 5/2 उन्होंने तुसी लिख सकते हो एक्स माइनस ए 5 एक्स एन माइनस ए एन, तो एक्स एन हो गया तुहाडा वाई, ए प्लस 2 लै लो बी, दैन सीधा फॉर्मूला अप्लाई करके तुहाडे कोले आंसर आ जाऊगा। तो इस तरीके नाल बच्चे तुसी अपनी जिहड़ियां एग्जाम्पल्स ने उन्होंने कर सकते हो। बहुत ईजी एग्जाम्पल्स तुहाडी बुक दे विच दित्तियां होईयां ने, ते इहदे नाल रिलेटेड एक्सरसाइज भी तुहाडी बुक दे विच मैंशनड है।
ਇਹਦੇ ਵਿੱਚੋਂ ਵੀ ਮੋਸਟਲੀ ਕੋਸ਼ਿਸ਼ ਕਰਿਆ ਕਰੋ ਕਿ ਸਾਰੇ ਸਮ ਸੋਲਵ ਕਰ ਲਿਆ ਕਰੋ, ਕਿਉਂਕਿ ਐਗਜ਼ਾਮ ਦੇ ਵਿੱਚ ਕੁਝ ਨਹੀਂ ਪਤਾ ਹੁੰਦਾ ਕਿ ਕੋਈ ਸਮ ਕਿੱਥੋਂ ਆ ਰਿਹਾ ਹੈ ਨਾ। ਤਾਂ ਉਸ ਟਾਈਮ ਤੁਹਾਨੂੰ ਇਹ ਨਾ ਲੱਗੇ ਕਿ ਇਹ ਤਾਂ ਸਾਨੂੰ ਸਾਡੇ ਸਿਲੇਬਸ ਤੋਂ ਹੀ ਬਾਹਰ ਆ ਗਿਆ। ਰਾਜੇ ਸਟੇਟਮੈਂਟਸ ਦੇ ਵਿੱਚ ਕੁਝ ਨਹੀਂ ਧਰਿਆ ਹੁੰਦਾ, ਕੰਸੈਪਟ ਕਲੀਅਰ ਕਰਿਆ ਕਰੋ ਆਪਣੇ। ਕੰਸੈਪਟ ਤੁਹਾਡਾ ਇੱਕ ਐਗਜ਼ਾਮਪਲ ਨਾਲ ਵੀ ਕਲੀਅਰ ਹੋ ਸਕਦਾ, 4 ਨਾਲ ਵੀ ਕਲੀਅਰ ਹੋ ਸਕਦਾ 10 ਨਾਲ ਵੀ ਕਲੀਅਰ ਨਾ ਹੋਵੇ ਅਗਰ ਕਿਸੇ ਦਾ ਕੰਸੈਪਟ ਕਲੀਅਰ ਨਹੀਂ ਹੈਗਾ, ਠੀਕ ਹੈ ਨਾ। ਤਾਂ ਕੰਸੈਪਟ 'ਤੇ ਧਿਆਨ ਦਿਆ ਕਰੋ। ਐਗਜ਼ਾਮ ਜ਼ਰੂਰੀ ਇਹ ਨਾ ਸੋਚੋ ਕਿ ਸਾਡਾ ਇਸੇ ਬੁੱਕ ਦੇ ਵਿੱਚੋਂ ਆਊਗਾ। ਐਗਜ਼ਾਮਪਲਸ ਚੇਂਜ ਹੋ ਸਕਦੀਆਂ ਨੇ, ਸਟੇਟਮੈਂਟਸ ਚੇਂਜ ਹੋ ਸਕਦੀ ਹੈ, ਠੀਕ ਹੈ। ਕੋਈ ਡਰਾ ਨਹੀਂ ਰਹੀ ਮੈਂ ਤੁਹਾਨੂੰ, ਸਿਰਫ ਇਨਫੋਰਮ ਕਰ ਰਹੀ ਹਾਂ, ਠੀਕ ਹੈ ਨਾ। ਜੇ ਕੋਈ ਡਾਊਟ ਹੈਗਾ ਤਾਂ ਨਾਲ ਦੀ ਨਾਲ ਕੁਐਰੀ ਕਰਿਆ ਕਰੋ ਆਪਣੀ, ਨਾਲ ਦੀ ਨਾਲ ਵੀਡੀਓ ਦੇਖਣ ਤੋਂ ਬਾਅਦ ਮੈਨੂੰ ਮੈਸੇਜ ਕਰਿਆ ਕਰੋ।